ਨਾਨਕਵਾੜੀ ਦੇ ਵਿੱਚ ਬੀੜ ਪਈ ਆ, ਮੈਂ ਦੱਸਾਂ ਤੁਹਾਨੂੰ। ਨਾਨਕਵਾੜੀ 'ਚ ਪਈ ਆ, ਰਾਜਪੁਰੇ ਦੇ ਲਾਗੇ ਬੀੜ ਪਈ ਆ, ਸਿਉਂਕ ਲੱਗ ਰਹੀ ਹੈ। ਲੋਕ ਕਹਿੰਦੇ ਰਹੇ ਨੇ ਕਿ ਵੀ ਆਓ ਆ ਕੇ ਕੋਈ ਪ੍ਰਿਜ਼ਰਵ ਕਰ ਦਿਓ। ਇੱਕ ਆਗੂ ਆ ਗਿਆ, ਵਾਹ ਵਾਹ ਜੀ, ਵੀਡੀਓ ਪਾਤੀ, ਵੀਡੀਓ ਪਾ ਕੇ ਬਸ ਜੀ ਅਸੀਂ ਪ੍ਰਿਜ਼ਰਵ ਕਰਾ ਦਾਂਗੇ। ਅੱਜ 13 ਸਾਲ ਹੋ ਗਏ ਪ੍ਰਿਜ਼ਰਵ ਹੋਈ ਨੂੰ ਬੀੜ। ਮਤਲਬ ਅਸੀਂ ਗੱਲਾਂ ਬਹੁਤ ਕਰਦੇ ਹਾਂ, ਲੇਕਿਨ ਜਦੋਂ ਪ੍ਰੈਕਟੀਕਲ ਕੰਮ ਆਉਂਦਾ ਉੱਥੋਂ ਮੈਨੂੰ ਪਤਾ ਨਹੀਂ ਕਿੱਥੇ ਸਾਰੇ ਚਲੇ ਜਾਂਦੇ ਨੇ। ਮੈਂ ਤਾਂ ਦਿੱਲੀ ਕਮੇਟੀ ਨੂੰ ਅਤੇ SGPC ਨੂੰ ਵੀ ਬੇਨਤੀ ਕਰਾਂਗਾ, ਆਪਣੇ ਜਿਹੜੇ ਫੰਡਸ ਨੇ ਕਿਰਪਾ ਕਰਕੇ ਗੁਰੂ ਗ੍ਰੰਥ, ਜੇਕਰ ਤੁਸੀਂ ਹਜ਼ਾਰਾਂ ਕਰੋੜ ਕਿਸੇ ਹੋਰ ਖੇਤਰ 'ਚ ਖਰਚ ਰਹੇ ਹੋ, 1-2 ਕਰੋੜ ਰੁਪਏ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਦੇ ਲਈ ਵੀ ਖਰਚ ਦਿਓ। ਸਾਡੇ ਗੁਰੂ ਨੇ, ਜਿਨ੍ਹਾਂ ਕਰਕੇ ਅੱਜ ਸਾਰੀ ਕੌਮ ਜਿਉਂਦੀ ਹੈ। ਪਾਕਿਸਤਾਨ ਤੋਂ 200 ਬੀੜਾਂ ਆਉਣੀਆਂ ਸੀ, ਸੰਗਤ ਦੇ ਵਿੱਚ ਵਾਹ ਮਸਲਾ ਖੜਾ ਹੋ ਗਿਆ ਜੀ, ਬੀੜਾਂ ਨੂੰ ਅਗਨ ਭੇਟ ਕਰ ਦੇਗੀ ਦਿੱਲੀ ਕਮੇਟੀ। ਸੰਗਤ ਨੂੰ ਇਹ ਸਵਾਲ ਹੈ, ਠੀਕ ਹੈ ਦਿੱਲੀ ਕਮੇਟੀ ਨੇ ਜੋ ਕੀਤਾ ਉਹ ਬੜਾ ਦੁਖਾਂਤ ਸੀ, ਪਤਾ ਨਹੀਂ ਸਾਨੂੰ ਕਿ ਵੀ ਕਰਨੀਆਂ ਸੀ ਨਹੀਂ ਕਰਨੀਆਂ ਸੀ, ਉਹਨਾਂ ਦਾ ਮਸਲਾ ਹੈ। ਪਰ ਜਿਹੜੀ ਸਾਡੇ ਪੰਜਾਬ ਜਾਂ ਫਿਰ ਭਾਰਤ ਦੇ ਵਿੱਚ ਬੀੜਾਂ ਪਈਆਂ ਨੇ, ਕੀ ਸਾਡੇ ਕੋਲ ਇੱਕ ਵੀ ਪੂਰੀ ਗੁਰਸਿੱਖੀ ਭਾਵਨਾ ਵਾਲੀ ਪ੍ਰਿਜ਼ਰਵੇਸ਼ਨ ਟੀਮ ਹੈ ਅੱਜ ਦੇ ਸਮੇਂ 'ਚ? ਪਹਿਲਾਂ ਮੈਨੂੰ ਇਹ ਜਵਾਬ ਸੰਗਤ ਦੇਵੇ। ਕੀ ਅੱਜ ਅਸੀਂ ਗੱਲ ਤੇ ਕਰਦੇ ਹਾਂ ਬੀੜਾਂ ਪ੍ਰਿਜ਼ਰਵ ਹੋਣੀਆਂ ਚਾਹੀਦੀਆਂ? ਮੈਂ ਲੱਭ ਕੇ ਵੇਖ ਲਿਆ, ਮੈਨੂੰ ਇੱਕ ਪੂਰੀ 10 ਬੰਦਿਆਂ ਦੀ ਟੀਮ ਨਹੀਂ ਮਿਲੀ ਜਿਹੜੇ ਗੁਰਸਿੱਖੀ ਜੀਵਨ ਦੇ ਧਾਰਨੀ ਹੋਣ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਸੇ ਹੋਰ ਮੋਨੇ ਕੋਨਾਂ ਦੇ ਹੱਥ ਨਹੀਂ ਲਗਾ ਸਕਦੇ। ਮੈਂ ਕਹਿ ਸਕਦਾ ਕਿਉਂਕਿ ਉਹ ਸਾਡੇ ਗੁਰੂ ਨੇ ਨਾ, ਅਸੀਂ ਗੁਰੂ ਨੂੰ ਕਿਸੇ ਹੋਰ ਦੇ ਹਵਾਲੇ ਨਹੀਂ ਕਰ ਸਕਦੇ। ਸਾਡੇ ਗੁਰਸਿੱਖੀ ਜੀਵਨ ਵਾਲੇ, ਹੁਣ ਤੁਸੀਂ ਗੱਲ ਕੀਤੀ ਡਿਵੈਲਪਮੈਂਟ ਦੀ, ਸਿੱਖੀ ਦੀ ਡਿਵੈਲਪਮੈਂਟ ਦੀ ਗੱਲ ਕਰੀਏ, ਡਿਵੈਲਪਮੈਂਟ ਤਾਂ ਹੋਏਗੀ ਨਾ ਜੇ ਹਰੇਕ ਖੇਤਰ ਦੇ ਵਿੱਚ ਸਿੱਖ ਹੋਏਗਾ। ਸਿੱਖ ਸਾਇੰਟਿਸਟ ਵੀ ਹੋਏ, ਸਿੱਖ ਪ੍ਰਿਜ਼ਰਵੇਟਰ ਵੀ ਹੋਵੇ, ਸਿੱਖ ਸਕਾਲਰ ਵੀ ਹੋਵੇ, ਸਿੱਖ ਸਾਰੇ ਖੇਤਰਾਂ ਦੇ ਵਿੱਚ ਜਾਵੇ, ਤਾਂ ਹੀ ਸਿੱਖੀ ਦਾ ਵਿਕਾਸ ਹੈ ਨਾ, ਕਿਉਂਕਿ ਅਸੀਂ ਆਪਣੀ ਭਾਵਨਾ ਦੇ ਨਾਲ ਉਸ ਨੂੰ ਵੇਖਦੇ ਹਾਂ। ਦੁਨੀਆ ਦੇ ਛੋਟੀ ਉਮਰ ਦੇ ਸਿੱਖ ਇਤਿਹਾਸਕਾਰ ਭਾਈ ਸਿਮਰ ਸਿੰਘ ਖਾਲਸਾ, ਜਿਨ੍ਹਾਂ ਨੂੰ ਕਿ ਹੁਣੇ 12ਵਾਂ ਵਿਸ਼ਵ ਰਿਕਾਰਡ ਮਿਲਿਆ, ਉਮਰ 16 ਸਾਲ ਇਹਨਾਂ ਦੀਆਂ ਪਿਛਲੇ ਦਿਨੀ ਅਸੀਂ ਕੁਝ ਵੀਡੀਓ, ਕੁਝ ਇੰਟਰਵਿਊ ਚਲਾਈਆਂ ਨੇ, ਜਿਹਦੇ ਵਿੱਚ ਸੰਗਤਾਂ ਦਾ ਅਥਾਹ ਪਿਆਰ ਮਿਲਿਆ ਅਤੇ ਕੁਝ ਸੰਗਤਾਂ ਨੇ ਕੁਛ ਨਾ ਕੁਛ ਆਪਣੇ ਸਵਾਲ ਵੀ ਰੱਖੇ ਨੇ। ਉਹਨਾਂ ਦੇ ਬਾਬਤ ਹੀ ਆਪਾਂ ਗੱਲਬਾਤ ਕਰਾਂਗੇ। ਭਾਈ ਸਾਹਿਬ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਿੰਘ ਸਾਹਿਬ, ਕਿੰਨੀ ਕੁ ਸੰਗਤ ਇਸ ਬਾਰੇ ਜਾਣੂ ਹੈ ਕਿ ਜਦੋਂ ਬਾਬਾ ਫਤਿਹ ਸਿੰਘ ਜੀ ਛੋਟੀ ਉਮਰ ਸੀ, ਜਨਮ ਹੀ ਹੋਇਆ ਸੀ ਸਮਝ ਕਹਿ ਲਈਏ, ਤਾਂ ਉਹਨਾਂ ਦੇ ਮਾਤਾ ਜੀ ਜਿਹੜੇ ਨੇ ਉਹ ਜੋਤੀ ਜੋਤ ਸਮਾ ਗਏ? ਵੇਖੋ, ਗੱਲ ਇਤਿਹਾਸ ਦੀ ਕਰੀਏ ਤਾਂ ਇਤਿਹਾਸ 'ਚ 2 ਪਹਿਲੂ ਹੁੰਦੇ ਨੇ। ਇੱਕ ਹੁੰਦਾ ਇਤਿਹਾਸਕ ਜਿਹੜੀਆਂ ਕਿਤਾਬਾਂ ਨੇ, ਉਹਨਾਂ ਦਾ ਕਿੰਨਾ ਕੁ ਪੜਚੋਲ ਕੀਤਾ ਗਿਆ, ਹੈ ਨਾ। ਤੁਸੀਂ ਮੈਨੂੰ ਇਹ ਸਵਾਲ ਕੀਤਾ ਕਿ ਵੀ ਮਾਤਾ ਜੀਤ ਕੌਰ ਜੀ ਦੀ ਉਮਰ ਕਿੰਨੀ ਸੀ। ਹਾਲ ਫਿਲਹਾਲ ਦੇ ਵਿੱਚ ਆਪਾਂ ਕਿਹਾ ਕਿ ਬਾਬਾ ਫਤਿਹ ਸਿੰਘ ਜੀ ਜਦੋਂ 1 ਸਾਲ ਦੇ ਸੀ, ਉਹਨਾਂ ਦੇ ਮਾਤਾ ਜੀਤ ਕੌਰ ਜੀ ਅਕਾਲ ਚਲਾਣਾ ਕਰ ਗਏ ਸੀ। ਇਹ ਸਰੋਤ ਜਦੋਂ ਅਸੀਂ ਪੜ੍ਹਦੇ ਹਾਂ ਪਿਆਰਾ ਸਿੰਘ ਪਦਮ ਜੀ ਹੋਰਾਂ ਨੂੰ, ਕਿਉਂਕਿ ਮਾਤਾ ਜੀਤ ਕੌਰ ਜੀ ਦਾ ਜਿਹੜਾ ਮਤਲਬ ਉਹਨਾਂ ਦਾ ਜੋਤੀ ਜੋਤ ਸਮਾਉਣ ਦਾ ਜਿਹੜੀ ਤਿਥੀ ਲਿਖੀ ਹੈ, ਉਹ ਲਿਖੀ ਹੈਗੀ ਹੈ 1700 ਦੀ, ਅਤੇ ਬਾਬਾ ਫਤਿਹ ਸਿੰਘ ਜੀ ਦਾ ਜਨਮ ਹੁੰਦਾ 1699 ਦੇ ਵਿੱਚ। ਅਤੇ ਜੇ 1699 ਦੇ ਵਿੱਚ ਬਾਬਾ ਫਤਿਹ ਸਿੰਘ ਜੀ ਦਾ ਜਨਮ ਹੋਇਆ ਅਤੇ ਮਾਤਾ ਜੀਤ ਕੌਰ ਜੀ ਦਾ 1700 ਦੇ ਵਿੱਚ ਅਕਾਲ ਚਲਾਣਾ ਹੋਇਆ, ਅਤੇ ਇਹ ਸੁਭਾਵਕ ਗੱਲ ਹੈ ਕਿ ਬਾਬਾ ਫਤਿਹ ਸਿੰਘ ਜੀ ਦੀ ਉਮਰ 1 ਸਾਲ ਦੀ ਸੀ ਜਦੋਂ ਮਾਤਾ ਜੀਤ ਕੌਰ ਜੀ ਦਾ ਜੋਤੀ ਜੋਤ ਸਮਾਏ, ਉਹਨਾਂ ਦਾ ਕਾਲ ਚਲਾਣਾ ਹੋਇਆ। ਇਸ ਗੱਲ ਦਾ ਮੋਹਰ ਭਾਈ ਪਿੰਦਰਪਾਲ ਸਿੰਘ ਜੀ ਵੀ ਕਈ ਵਾਰ ਆਪਣੀ ਕਥਾਵਾਂ ਦੇ ਵਿੱਚ ਲਗਾ ਚੁੱਕੇ ਨੇ। ਗੱਲ ਇਹ ਹੈ ਕਿ ਵੀ ਜਦੋਂ ਅਸੀਂ ਇਤਿਹਾਸ ਦੇ ਸਰੋਤਾਂ ਨੂੰ ਪੜ੍ਹੇ ਬਗੈਰ ਕਿਸੇ ਇਤਿਹਾਸ 'ਤੇ ਸਵਾਲ ਕਰਦੇ ਹਾਂ, ਅਤੇ ਸਾਡੀ ਕੌਮ ਹੀ ਜਿਹੜੀ ਕਟਕੜੇ 'ਚ ਖੜੀ ਹੁੰਦੀ ਆ। ਅਤੇ ਬੇਨਤੀ ਹੈ ਕਿ ਅਸੀਂ ਬਿਨਾਂ ਕਿਸੇ ਉਸ ਤੋਂ ਆਪਣੀ ਕੌਮ 'ਤੇ ਸਵਾਲ ਨਾ ਚੁੱਕੀਏ, ਆਪਣੇ ਕੌਮ ਦੇ ਇਤਿਹਾਸਕ ਗ੍ਰੰਥਾਂ 'ਤੇ ਸਵਾਲ ਨਾ ਚੁੱਕੀਏ, ਆਪਣੀ ਕੌਮ ਦੇ ਇਤਿਹਾਸਕ ਗ੍ਰੰਥਾਂ ਨੂੰ ਪ੍ਰਮਾਣਿਕਤਾ ਦੇ ਨਾਲ ਪੜ੍ਹੀਏ ਅਤੇ ਪੜ੍ਹ ਕੇ ਫਿਰ ਵਿਚਾਰੀਏ। ਕਿਉਂਕਿ ਇੱਕ ਤਾਂ ਹੁੰਦਾ ਪੜ੍ਹਨਾ, ਉਸ ਤੋਂ ਬਾਅਦ ਵਿਚਾਰਨਾ ਵੀ ਜ਼ਰੂਰੀ ਹੁੰਦਾ, ਉਹਨਾਂ ਦਾ ਕੰਪੈਰੀਜ਼ਨ ਵੀ ਜ਼ਰੂਰੀ ਹੁੰਦਾ ਨਾ ਜੀ। ਅਤੇ ਸਿੰਘ ਸਾਹਿਬ, ਜਿਵੇਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖੀ ਨੂੰ, ਗੁਰੂ ਸਾਹਿਬਾਨਾਂ ਨਾਲ ਪਿਆਰ ਕਰਨ ਵਾਲੇ ਸਾਰੇ ਸੰਸਾਰ ਦੇ ਵਿੱਚ ਸੰਗਤਾਂ ਨੇ। ਅੱਜ ਮੌਜੂਦਾ ਸਮੇਂ ਗੱਲ ਕੀਤੀ ਜਾਵੇ ਸਿੰਧੀ ਸਿੱਖਾਂ ਦੀ, ਤਾਂ ਉਹਨਾਂ ਦੇ ਘਰਾਂ ਦੇ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਜਿਹੜੇ ਨੇ ਉਹ ਵਾਪਸ ਲਿਆਂਦੇ ਜਾ ਰਹੇ ਨੇ। ਤੁਸੀਂ ਕਿਵੇਂ ਵੇਖਦੇ ਹੋ? ਵੇਖੋ, ਮੈਂ ਇਹਦਾ ਥੋੜ੍ਹਾ ਡਿਟੇਲ 'ਚ ਜਾਣਨਾ ਚਾਹਾਂਗਾ ਇੱਕ ਇਤਿਹਾਸਕਾਰ ਹੋਣ ਦੇ ਨਾਤੇ। ਗੁਰੂ ਨਾਨਕ ਪਾਤਸ਼ਾਹ ਮੁਸਲਮਾਨਾਂ ਦੇ ਪੀਰ, ਹਿੰਦੂਆਂ ਦੇ ਵਲੀ, ਹੈ ਨਾ। ਪੂਰੀ ਦੁਨੀਆ ਦੇ ਵਿੱਚ ਉਹਨਾਂ ਨੂੰ ਵੱਖ-ਵੱਖ ਨਾਮਾਂ ਦੇ ਨਾਲ ਜਾਣਿਆ ਜਾਂਦਾ ਹੈ। ਕਿੱਥੇ ਲਾਮਾ ਕਿਹਾ ਜਾਂਦਾ ਹੈ, ਕਿਤੇ ਹਜ਼ਰਤ ਬਾਬਾ ਨਾਨਕ ਕਿਹਾ ਜਾਂਦਾ ਹੈ। ਮਤਲਬ ਵੱਖ-ਵੱਖ ਦੇਸ਼ਾਂ ਦੇ ਵਿੱਚ
ਇੱਕ ਜੇਕਰ ਭਾਈ ਗੁਰਦਾਸ ਜੀ ਦੀ ਵਾਰ ਪੜ੍ਹੀਏ, ਫਿਰ ਬਾਬਾ ਮੱਕੇ ਗਿਆ ਨੀਲ ਬਸਤਰ ਧਾਰੇ ਬਨਵਾਰੀ। ਮਤਲਬ ਗੁਰੂ ਨਾਨਕ ਪਾਤਸ਼ਾਹ ਜੀ ਜੇ ਮੱਕੇ ਦੀ ਧਰਤੀ 'ਤੇ ਗਏ ਤੇ ਉੱਥੇ ਦੀ ਵੇਸ਼ਭੂਸ਼ਾ ਧਾਰਨ ਕਰਕੇ ਉੱਥੇ ਦੀ ਭਾਸ਼ਾ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ। ਜੇਕਰ ਗੁਰੂ ਨਾਨਕ ਪਾਤਸ਼ਾਹ ਜੀ ਤਿੱਬਤ ਵਿੱਚ ਗਏ ਤੇ ਉੱਥੇ ਉਹਨਾਂ ਦੀ ਭਾਸ਼ਾ ਦੇ ਵਿੱਚ ਪ੍ਰਚਾਰ ਕੀਤਾ, ਜੀ ਉਹਨਾਂ ਨੂੰ ਲਾਮਾ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਉੱਥੇ, ਹੈ ਨਾ। ਅਤੇ ਵੱਖ-ਵੱਖ ਇਹੀ ਜੇਕਰ ਭਾਰਤ ਦੀ ਗੱਲ ਕਰੀਏ, ਹੁਣ ਤੁਸੀਂ ਸਿੰਧੀ ਸਿੱਖਾਂ ਦਾ ਮਸਲਾ ਚੁੱਕਿਆ ਹੈ, ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖੀ ਐਡੀ ਵਿਸ਼ਾਲ ਹੈ। ਮੈਂ ਹਾਲ ਫਿਲਹਾਲ 'ਚ ਮੈਨੂੰ ਇੱਕ ਪਿੰਡ ਹੈਗਾ ਉੱਤਰਾਖੰਡ ਦਾ ਪੌੜੀ ਗੜਵਾਲ, ਉੱਥੇ ਜਾਣ ਦਾ ਮੌਕਾ ਮਿਲਿਆ। ਪੌੜੀ ਗੜਵਾਲ ਜਾ ਰਹੇ ਸੀ, ਮੈਨੂੰ ਇਤਿਹਾਸਕ ਕਿਤਾਬ ਦੇ ਵਿੱਚੋਂ ਪਤਾ ਲੱਗਿਆ ਕਿ ਪੌੜੀ ਦੇ ਵਿੱਚ ਗੁਰਦੁਆਰਾ ਸੀ, ਗਿਆਨੀ ਗਿਆਨ ਸਿੰਘ ਜੀ ਦਾ ਰਿਪੁਦਮਨ ਪ੍ਰਕਾਸ਼ ਹੈ, ਉਹਦੇ ਵਿੱਚ ਲਿਖਿਆ ਸੀ ਪੌੜੀ ਦੇ ਵਿੱਚ ਚਰਨ ਪਾਦੁਕਾ ਸਥਾਨ ਹੈ। ਅਤੇ ਖੋਜ ਕਰਦੇ ਹੋਏ ਅਸੀਂ ਗੜਵਾਲ ਪਹੁੰਚੇ, ਉੱਤਰਾਖੰਡ ਦੇ। ਗੜਵਾਲ ਪਹੁੰਚਦੇ ਹੋਏ ਉੱਤਰਾਖੰਡ ਦੇ ਏਰੀਏ ਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਪੌੜੀ ਦੇ ਵਿੱਚ ਇੱਕ ਗੁਰਦੁਆਰਾ ਹੈ, ਲੇਕਿਨ ਉੱਥੇ ਦੇ ਲੋਕਾਂ ਨੂੰ ਪੁੱਛਿਆ, ਉਹ ਕਹਿੰਦੇ ਕੋਈ ਗੁਰਦੁਆਰਾ ਨਹੀਂ, ਇੱਥੋਂ ਦੀ ਬਸ ਕੁਛ ਦੂਰੀ 'ਤੇ ਸ਼੍ਰੀਨਗਰ ਦੇ ਵਿੱਚ ਗੁਰਦੁਆਰਾ ਹੈ, ਜਿਹੜਾ ਕਿ ਹਾਲ ਫਿਲਹਾਲ 'ਚ ਨਵਾਂ ਖੁੱਲ੍ਹਿਆ, ਸਿੰਘ ਸਭਾ, ਇਤਿਹਾਸਕ ਗੁਰਦੁਆਰਾ ਨਹੀਂ ਹੈ। ਗੱਲ ਕਰੀਏ ਪੌੜੀ ਗੜਵਾਲ ਦੇ ਗੁਰਦੁਆਰੇ ਦੀ। ਪੌੜੀ ਗੜਵਾਲ ਦੇ ਗੁਰਦੁਆਰੇ ਬਾਰੇ ਜਦੋਂ ਪੜਚੋਲਿਆ, ਇਤਿਹਾਸਕ ਗ੍ਰੰਥਾਂ ਦੇ ਵੀ ਜ਼ਿਕਰ ਮਿਲਦਾ, ਲੇਕਿਨ ਉੱਥੇ ਦੇ ਲੋਕਾਂ ਨੂੰ ਨਹੀਂ ਪਤਾ ਸੀ, ਜਿਹੜੇ ਨੀਚਲੇ ਏਰੀਏ ਸੀ ਪੌੜੀ ਦੇ। ਫਿਰ ਪਤਾ ਲੱਗਿਆ ਕਿ ਉੱਪਰ ਪਿਪਲੀ ਦੇ ਵਿੱਚ ਇੱਕ ਪਿੰਡ, ਪਿਪਲੀ ਹੈ ਪਿੰਡ, ਉੱਥੇ ਇੱਕ ਗੁਰਦੁਆਰਾ ਹੋ ਸਕਦਾ ਹੈ। ਜਦੋਂ ਅਸੀਂ ਉੱਪਰ ਗਏ, ਮੈਂ ਕਿਹਾ ਵੀ ਖੋਜ ਤਾਂ ਕਰਨੀ ਹੈ, ਦੇਖਣਾ ਪਏਗਾ ਕਿ ਪੂਰੇ ਪੌੜੀ ਨੂੰ ਛਾਣ ਮਾਰਨਾ ਚਾਹੀਦਾ ਸੀ। ਉਹ ਅਸੀਂ ਜਦੋਂ ਉੱਪਰ ਗਏ ਅਤੇ ਉੱਪਰ ਜਾਂਦੇ ਸਾਡਾ ਮਨੋਰਥ ਬੜਾ ਟੁੱਟਿਆ ਕਿ ਵੀ ਨਹੀਂ ਮਿਲਿਆ ਗੁਰਦੁਆਰਾ। ਫਿਰ 30 ਕਿਲੋਮੀਟਰ ਅੱਗੇ ਗਏ। 30 ਕਿਲੋਮੀਟਰ ਅੱਗੇ ਜਾ ਕੇ ਕੁਛ ਲੋਕ ਆਏ, ਉਹ ਆਪਣੇ ਆਪ ਨੂੰ ਨੇਗੀ ਸਿੱਖ ਕਹਿੰਦੇ ਸੀ। ਨੇਗੀ ਸਿੱਖ ਬੜੇ ਪਿਆਰ ਦੇ ਨਾਲ, ਆਓ ਸਰਦਾਰ ਜੀ ਆਓ, ਹਮ ਆਪਕੇ ਇੰਤਜ਼ਾਰ में थे, आप आओगे। सो हमारे पास बाबा जी अपनी जो बख्शिश है वो देकर गए हैं। मतलब कुछ इस तरीके ਦੀ ਉਹਨਾਂ ਨੇ ਬਿਆਨ ਨਹੀਂ ਕੀਤੀ ਜਾ ਸਕਦੀ, ਦਿਲ ਝੰਜੋੜਨ ਵਾਲੀਆਂ ਗੱਲਾਂ ਉਹਨਾਂ ਨੇ ਕੀਤੀਆਂ ਸਿੱਖੀ ਦੇ ਬਾਬਤ, ਕਿ ਮੈਨੂੰ ਤਾਂ ਇਹ ਜਾਪਦਾ ਸੀ ਕਿ ਗੁਰੂ ਨਾਨਕ ਦੀ ਸਿੱਖੀ ਸਾਡੇ ਨਾਲੋਂ ਉਹਨਾਂ ਲੋਕਾਂ ਦੇ ਵਿੱਚ ਜ਼ਿਆਦਾ ਸੀ। ਉਹ ਲੋਕ ਫਿਰ ਸਾਨੂੰ ਲੈ ਕੇ ਗਏ ਗੜਵਾਲ ਦੇ ਗੁਰਦੁਆਰੇ ਦੇ ਵਿੱਚ, ਜਿਹੜਾ ਪਿਪਲੀ ਗਾਂ ਦੇ ਵਿੱਚ, ਪਿਪਲੀ ਜਿਹੜਾ ਉੱਥੇ ਦਾ ਪਿੰਡ ਹੈ, ਉੱਥੇ ਬਣਿਆ ਹੋਇਆ ਸੀ ਬਹੁਤ ਖੂਬਸੂਰਤ ਆਲੀਸ਼ਾਨ ਗੁਰਦੁਆਰਾ ਉਹਨਾਂ ਨੇ ਬਣਾਇਆ ਸੀ। ਆਪਣੇ ਘਰ ਕੱਚੇ, ਗੁਰਦੁਆਰਾ ਉਹਨਾਂ ਦਾ ਪੱਕਾ ਸੀ। ਦੇਖੀ ਅੱਜ ਉਹਨਾਂ ਦਾ ਘਰ ਕੱਚਾ ਅਤੇ ਗੁਰਦੁਆਰਾ ਪੱਕਾ ਸੀ, ਉਹਨਾਂ ਦੀ ਗੁਰਸਿੱਖੀ ਵੀ ਪੱਕੀ ਸੀ। ਲੇਕਿਨ ਅੱਜ ਤੁਸੀਂ ਸਿੰਧੀ ਸਿੱਖਾਂ ਦੀ ਗੱਲ ਕੀਤੀ ਹੈ, ਉੱਥੇ ਪੌੜੀ ਗੜਵਾਲ 'ਚ ਉਹਨਾਂ ਕੋਲ ਖੜਾਵਾਂ ਦੀ ਨਿਸ਼ਾਨੀ ਵੀ ਹੈ। ਮੈਨੂੰ ਜਦੋਂ ਪਤਾ ਲੱਗਿਆ ਉੱਥੇ ਤਾਂਬੇ ਦਾ ਨਿਸ਼ਾਨ ਸਾਹਿਬ ਸੀ, ਉੱਥੇ ਇੱਕ ਪੁਰਾਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪਿਆ ਸੀ। ਜਿਵੇਂ ਤੁਸੀਂ ਗੱਲ ਕੀਤੀ ਸਿੰਧੀ ਸਿੱਖਾਂ ਵਾਲੀ, ਉੱਥੇ ਜਿਹੜਾ ਸਰੂਪ ਸੀ, ਉਹ ਕਹਿੰਦੇ ਕਿ ਵੀ ਕੁਛ ਸਾਲ ਪਹਿਲਾਂ ਕੁਛ ਸਿੱਖ ਆਏ ਸੀ ਔਰ ਉਹ ਚੱਕ ਕੇ ਲੈ ਗਏ। ਹੁਣ ਇਹ ਦੁਖਾਂਤ ਦੀ ਘੜੀ ਹੈ ਕਿ ਵੀ ਗੁਰਸਿੱਖੀ ਜੀਵਨ ਨੂੰ ਵਰਤਾਉਂਦੇ ਹੋਏ ਜੇਕਰ ਅਸੀਂ ਇਹ ਗੱਲ ਕਹੀਏ ਕਿ ਵੀ ਸਿੰਧੀ ਪਰਿਵਾਰਾਂ ਵੱਲੋਂ ਜਾਂ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਜਿਨ੍ਹਾਂ ਪਰਿਵਾਰਾਂ ਨੂੰ ਸਿੱਖੀ ਬਖਸ਼ ਕੇ ਆਏ, ਅਸੀਂ ਉਹਨਾਂ ਤੋਂ ਛੀਨ ਲਈਏ, ਅਸੀਂ ਕੌਣ ਹੁੰਦੇ ਹਾਂ? ਪਹਿਲਾਂ ਅਸੀਂ ਆਪਣੇ 'ਤੇ ਝਾਂਤ ਮਾਰੀਏ, ਅਸੀਂ ਵੀ ਸਿੱਖ ਹਾਂ ਜਾਂ ਨਹੀਂ? ਕਿਉਂਕਿ ਸਿੱਖੀ ਤਾਂ ਸਾਡੇ ਨਾਲੋਂ ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਵਿੱਚ ਜ਼ਿਆਦਾ ਹੈ। ਉਹਨਾਂ ਦੇ ਵਿੱਚ ਜਿਹੜੀ ਪ੍ਰੇਮ ਭਾਵਨਾ ਸ਼ਰਧਾ ਹੈ, ਉਹ ਸਾਡੇ ਤੋਂ ਕਈ ਗੁਣਾ ਜ਼ਿਆਦਾ ਹੈ। ਉਹ ਗੁਰੂ ਨਾਨਕ ਪਾਤਸ਼ਾਹ, ਪੌੜੀ ਗੜਵਾਲ ਦੀ ਮੈਂ ਗੱਲ ਕਰਾਂ, ਉੱਥੇ ਮੁੰਡਨ ਨਹੀਂ ਕਰਵਾਇਆ ਜਾਂਦਾ, ਜਦ ਕਿ ਹੋਰ ਪਹਾੜੀ ਇਲਾਕਿਆਂ ਦੇ ਵਿੱਚ ਹਿੰਦੂਆਂ ਦਾ ਮੁੰਡਨ ਕੀਤਾ ਜਾਂਦਾ ਹੈ। ਕਿਉਂ? ਕਿਉਂਕਿ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਸ਼ਰਧਾਲੂ ਨੇ, ਆਪਣਾ ਵਿਆਹ ਕਰਾਉਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਫੇਰੇ ਲੈ ਕੇ। ਕੀ ਸਾਡੇ ਸਿੱਖ ਕਦੀ ਪੌੜੀ ਗੜਵਾਲ, ਮੈਂ ਸਿਰਫ ਪੌੜੀ ਗੜਵਾਲ ਦੀ ਗੱਲ ਕਰਦਾ ਕਿਉਂਕਿ ਮੈਂ ਉੱਥੇ ਗਿਆ, ਕੀ ਕਦੀ ਪੌੜੀ ਗੜਵਾਲ ਜਾ ਕੇ ਉਹਨਾਂ ਦੇ ਵਿੱਚ ਆਨੰਦ ਕਾਰਜ ਦੀ ਰਸਮ ਦਾ ਜਾਂ ਫਿਰ ਹੋਰ ਵੀ ਜਿੰਨੀਆਂ ਵੀ ਸਾਡੀ ਸਿੱਖ ਬਾਣੀਆਂ ਨੇ ਉਹਨਾਂ ਦਾ ਪ੍ਰਚਾਰ ਜਾਂ ਫਿਰ ਸਿੱਖੀ ਦਾ ਪ੍ਰਚਾਰ ਕੀਤਾ ਕਿਸੇ ਨੇ? ਜੇਕਰ ਉਹ ਗਲਤ ਕਰਦੇ ਨੇ, ਉਹਨਾਂ 'ਚ ਉਹਨਾਂ ਦੀ ਗਲਤੀ ਨਹੀਂ, ਗਲਤੀ ਸਾਡੀ ਹੈ, ਕਿਉਂਕਿ ਜਿੰਨਾ ਸਾਡਾ ਗੁਰੂ ਉਹਨਾਂ ਨੂੰ ਬਖਸ਼ ਕੇ ਆਇਆ ਸੀ ਉਹਨਾਂ ਨੇ ਫੋਲੋਅਪ ਕੀਤਾ। ਹੁਣ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ, ਸਾਡੀ ਕੌਮ ਦੇ ਜਥੇਦਾਰਾਂ ਦੀ, SGPC ਦੇ ਪ੍ਰੈਜ਼ੀਡੈਂਟ ਦੀ, DSGMC ਦੇ ਪ੍ਰੈਜ਼ੀਡੈਂਟ, ਉਹਨਾਂ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਨਾ ਕਿ ਉਹ ਵਧੀਆ ਤਰੀਕੇ ਦੇ ਨਾਲ ਉਹਨਾਂ ਦੇ ਵਿੱਚ ਪ੍ਰਚਾਰ ਕਰਨ। ਗੱਲ ਹੋਰ ਅੱਗੇ ਅਸੀਂ ਕਰਦੇ ਹਾਂ ਲੰਗਰ। ਜੀ ਤੁਸੀਂ ਲੰਗਰ ਦੀ ਗੱਲ ਤੋਂ ਪਹਿਲਾਂ ਭਾਵ ਇਹ ਹੈ ਕਿ ਜਿਹੜੇ ਸਿੱਖੀ ਦੇ ਵਿੱਚ ਪਰਪੱਕ ਨੇ, ਜਿਸ ਤਰ੍ਹਾਂ ਦੀਆਂ ਗੁਰਬਾਣੀ ਦੇ ਨਾਲ ਛੇੜਛਾੜ ਦੀਆਂ ਗੱਲਾਂ ਆ ਰਹੀਆਂ ਨੇ, ਕਿਤੇ ਸੰਭਾਲਿਆ ਨਹੀਂ ਜਾ ਰਿਹਾ, ਸੇਵਾ ਸੰਭਾਲ ਨਹੀਂ ਸਹੀ ਕੀਤੀ ਜਾ ਰਹੀ। ਇੱਕ ਪਾਸੇ ਇਹ ਹੈ ਕਿ ਉਸ ਕਾਰਨ ਤੋਂ ਬੀੜਾਂ ਵਾਪਸ ਲਿਆਂਦੀਆਂ ਜਾ ਰਹੀਆਂ ਨੇ। ਦੂਜਾ ਪੱਖ ਜੇ ਵੇਖੀਏ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੀ ਉਹ ਸਿੱਖੀ 'ਚ ਪੱਕੇ ਨੇ, ਉਹਨਾਂ ਨੇ ਆਪਣੇ ਘਰ ਕੱਚੇ ਰੱਖੇ ਨੇ, ਪਰ ਗੁਰੂ ਘਰ ਵੀ ਉਹਨਾਂ ਨੇ ਪੱਕੇ ਸੋਹਣੇ ਬਣਾਏ ਹੋਏ ਨੇ। ਅਤੇ ਅੱਗੇ ਤੁਸੀਂ ਹੁਣ ਲੰਗਰ ਦੀ ਗੱਲ ਕਰ ਰਹੇ ਹੋ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਤੁਸੀਂ ਕਿਹਾ ਕਿ ਬੀੜਾਂ ਦੇ ਵਿੱਚ ਬਾਣੀ ਦੀ ਛੇੜਛਾੜ ਹੋ ਰਹੀ ਹੈ। ਜੇਕਰ ਸਾਡੇ ਕੋਲ ਪੁਰਾਣੀਆਂ ਬੀੜਾਂ ਸੰਭਾਲੀਆਂ ਜਾਣ, ਸਾਨੂੰ ਨਵੀਆਂ ਬੀੜਾਂ ਦੀ ਬਾਣੀ ਚੇਂਜ ਕਰਨ ਦੀ ਜ਼ਰੂਰਤ ਕਿਉਂ ਹੈ?
ਨਹੀਂ ਚਲੋ ਤੁਸੀਂ ਹੁਣ ਕਿਉਂਕਿ ਉਹ ਸਾਡਾ ਕਹਿਣੀ ਨਹੀਂ ਹੈਗੀ ਕਿ ਬੀੜਾਂ ਨਾਲ ਛੇੜਛਾੜ ਹੋ ਰਹੀ ਹੈ, ਇਹ ਸੰਗਤ ਨੂੰ ਸਾਰੀ ਨੂੰ ਪਤਾ ਹੈ। ਇਸ ਵਕਤ ਇਹੀ ਮੁੱਦਾ ਛਾਇਆ ਹੋਇਆ ਹੈ। ਆਪਾਂ ਅੱਜ ਦੀ ਗੱਲ ਕਰ ਲੈਂਦੇ ਹਾਂ। ਆਪਾਂ ਬਾਗੜੀਆਂ ਸਟੇਟ 'ਚ ਇੱਥੇ ਬੈਠੇ ਹਾਂ, ਉਹਨਾਂ ਦੀ ਹਵੇਲੀ ਦੇ ਵਿੱਚ ਬੈਠੇ ਹਾਂ। ਇਸ ਪਰਿਵਾਰ ਕੋਲ ਵੀ ਇਹਨਾਂ ਤੇ ਅਪਾਰ ਕਿਰਪਾ ਗੁਰੂ ਮਹਾਰਾਜ ਦੀ, ਇਹਨਾਂ ਦੇ ਕੋਲ ਵੀ ਉਹ ਬੀੜਾਂ ਨੇ ਕਿ ਜਿਹੜੀਆਂ ਇਹ ਬੀੜਾਂ ਨੇ, ਆਪਾਂ ਇਹਨਾਂ ਤੋਂ ਵੀ ਮਦਦ ਲਈ ਜਾ ਸਕਦੀ ਹੈ। ਨਹੀਂ, ਮੈਂ ਹੁਣ ਤੁਹਾਨੂੰ ਗੱਲ ਕਰਾਂ, ਪਾਕਿਸਤਾਨ ਤੋਂ 200 ਬੀੜਾਂ ਆਉਣੀਆਂ ਸੀ। ਸੰਗਤ ਦੇ ਵਿੱਚ ਵਾਹ ਮਸਲਾ ਖੜਾ ਹੋ ਗਿਆ ਜੀ, ਬੀੜਾਂ ਨੂੰ ਅਗਨਭੇਟ ਕਰ ਦੇਗੀ ਦਿੱਲੀ ਕਮੇਟੀ। ਸੰਗਤ ਨੂੰ ਇਹ ਸਵਾਲ ਹੈ, ਠੀਕ ਹੈ ਦਿੱਲੀ ਕਮੇਟੀ ਨੇ ਜੋ ਕੀਤਾ ਉਹ ਬੜਾ ਦੁਖਾਂਤ ਸੀ, ਪਤਾ ਨਹੀਂ ਸਾਨੂੰ ਕਿ ਵੀ ਕਰਨੀਆਂ ਸੀ ਨਹੀਂ ਕਰਨੀਆਂ ਸੀ, ਉਹਨਾਂ ਦਾ ਮਸਲਾ ਹੈ। ਪਰ ਜਿਹੜੀ ਸਾਡੇ ਪੰਜਾਬ ਜਾਂ ਫਿਰ ਭਾਰਤ ਦੇ ਵਿੱਚ ਬੀੜਾਂ ਪਈਆਂ ਨੇ, ਕੀ ਸਾਡੇ ਕੋਲ ਇੱਕ ਵੀ ਪੂਰੀ ਗੁਰਸਿੱਖੀ ਭਾਵਨਾ ਵਾਲੀ ਪ੍ਰੀਜ਼ਰਵੇਸ਼ਨ ਟੀਮ ਹੈ ਅੱਜ ਦੇ ਸਮੇਂ 'ਚ? ਪਹਿਲਾਂ ਮੈਨੂੰ ਇਹ ਜਵਾਬ ਸੰਗਤ ਦੇਵੇ ਕਿ ਅੱਜ ਅਸੀਂ ਗੱਲ ਤੇ ਕਰਦੇ ਹਾਂ ਬੀੜਾਂ ਪ੍ਰੀਜ਼ਰਵ ਹੋਣੀਆਂ ਚਾਹੀਦੀਆਂ। ਮੈਂ ਲੱਭ ਕੇ ਵੇਖ ਲਿਆ, ਮੈਨੂੰ ਇੱਕ ਪੂਰੀ 10 ਬੰਦਿਆਂ ਦੀ ਟੀਮ ਨਹੀਂ ਮਿਲੀ ਜਿਹੜੇ ਗੁਰਸਿੱਖੀ ਜੀਵਨ ਦੇ ਧਾਰਨੀ ਹੋਣ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਸੇ ਹੋਰ ਮੋਨੇ ਕੋਨਾਂ ਦੇ ਹੱਥ ਨਹੀਂ ਲਗਾ ਸਕਦੇ। ਮੈਂ ਕਹਿ ਸਕਦਾ ਕਿਉਂਕਿ ਉਹ ਸਾਡੇ ਗੁਰੂ ਨੇ ਨਾ, ਅਸੀਂ ਗੁਰੂ ਨੂੰ ਕਿਸੇ ਹੋਰ ਦੇ ਹਵਾਲੇ ਨਹੀਂ ਕਰ ਸਕਦੇ। ਸਾਡੇ ਗੁਰਸਿੱਖੀ ਜੀਵਨ ਵਾਲੇ, ਹੁਣ ਤੁਸੀਂ ਗੱਲ ਕੀਤੀ ਡਿਵੈਲਪਮੈਂਟ ਦੀ, ਸਿੱਖੀ ਦੀ ਡਿਵੈਲਪਮੈਂਟ ਦੀ ਗੱਲ ਕਰੀਏ, ਡਿਵੈਲਪਮੈਂਟ ਤੇ ਤਾਂ ਹੋਏਗੀ ਨਾ ਜੇ ਹਰੇਕ ਖੇਤਰ ਦੇ ਵਿੱਚ ਸਿੱਖ ਹੋਏਗਾ, ਸਿੱਖ ਸਾਇੰਟਿਸਟ ਵੀ ਹੋਏ, ਸਿੱਖ ਪ੍ਰੀਜ਼ਰਵੇਟਰ ਵੀ ਹੋਵੇ, ਸਿੱਖ ਸਕਾਲਰ ਵੀ ਹੋਵੇ, ਸਿੱਖ ਸਾਰੇ ਖੇਤਰਾਂ ਦੇ ਵਿੱਚ ਜਾਵੇ, ਤਾਂ ਹੀ ਸਿੱਖੀ ਦਾ ਵਿਕਾਸ ਹੈ ਨਾ। ਕਿਉਂਕਿ ਅਸੀਂ ਆਪਣੀ ਭਾਵਨਾ ਦੇ ਨਾਲ ਉਸ ਨੂੰ ਵੇਖਦੇ ਹਾਂ। ਤੁਸੀਂ ਬਾਗੜੀਆਂ ਦੀ ਗੱਲ ਕੀਤੀ ਕਿ ਵੀ ਇਹਨਾਂ ਤੋਂ ਮਦਦ ਲਈ ਜਾ ਸਕਦੀ ਉਹਨਾਂ ਬੀੜਾਂ ਦੀ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਬਾਗੜੀਆਂ ਦਾ ਇਤਿਹਾਸ ਭਾਈ ਰੂਪ ਚੰਦ ਜੀ ਦਾ ਪਰਿਵਾਰ ਹੈ। ਭਾਈ ਰੂਪ ਚੰਦ ਜੀ ਦਾ ਤੁਸੀਂ ਸਿੰਧੀ ਪਰਿਵਾਰਾਂ ਦੀ ਗੱਲ ਕੀਤੀ ਸੀ, ਮੈਂ ਥੋੜ੍ਹਾ ਲਿੰਕ ਕਰਾਂ। ਸਿੱਖੀ ਹੈ ਜਿਹੜੀ, ਉਹ ਲੰਗਰ ਦੇ ਸਮਾਨ ਹੈ। ਲੰਗਰ ਚਲੇ, ਲੰਗਰ ਹਮੇਸ਼ਾ ਚੱਲਦਾ ਰਹਿੰਦਾ ਹੈ ਅਤੇ ਉਹ ਹਮੇਸ਼ਾ ਸਾਰਿਆਂ ਦੇ ਵਿੱਚ ਸਰਬੱਤ ਦੇ ਵਿੱਚ ਵੰਡਦਾ ਹੈ। ਇਹ ਨਹੀਂ ਹੈ ਕਿ ਪਾਰਟੀਕੂਲਰਲੀ ਖੇਤਰ ਦੇ ਵਿੱਚ ਵੰਡਦਾ। ਐਵੇਂ ਸਿੱਖੀ ਹੈ। ਸਿੱਖੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੂਰੇ ਵਿਸ਼ਵ ਵਿੱਚ ਫੈਲਾਈ ਹੈ, ਇਕੱਲੇ ਇੱਕ ਪੰਜਾਬ ਦੇ ਖੇਤਰ ਜਾਂ ਫਿਰ ਆਪਾਂ ਦੇਖ ਲਏ ਭਾਰਤ ਦੇ ਖੇਤਰ 'ਚ ਨਹੀਂ ਫੈਲਾਈ। ਲੰਗਰ ਉਸ ਵੇਲੇ ਦਾ ਚੱਲਿਆ ਆ ਰਿਹਾ। ਅੱਜ ਲੋਕ ਕਈ ਆਪਣੀ ਮੱਕੇ ਵਾਲੀ ਗੱਲ 'ਤੇ ਸਵਾਲ ਚੁੱਕਦੇ ਨੇ, ਅਤੇ ਅੱਜ ਵੀ ਉਰੇ ਗਿੱਲੀ ਲੱਕੜਾਂ ਦਾ ਬਾਲਣ ਬਲਦਾ, ਜਾਂ ਫਿਰ ਉਹ ਜਿਵੇਂ ਤੁਸੀਂ ਵੀਡੀਓ ਸ਼ੂਟ ਕੀਤੀ ਸੀ ਪਹਿਲਾਂ ਵੀ, ਉਹ ਇੱਕ ਮੈਂ ਤਾਂ ਕਹਾਂਗਾ ਇਤਿਹਾਸ ਦਾ ਇੱਕ ਬਹੁਤ ਵੱਡਾ ਖੇਤਰ ਹੈ, ਉਸਨੂੰ ਪੜਚੋਲਣਾ ਚਾਹੀਦਾ। ਬਾਕੀ ਬਾਗੜੀਆਂ ਦੇ ਇਤਿਹਾਸ ਉੱਪਰ ਇਹਨਾਂ ਦੇ ਪਰਿਵਾਰ ਦੀ ਵੀ ਬੜੀਆਂ ਸਾਰੀਆਂ ਕਿਤਾਬਾਂ ਆਈਆਂ ਨੇ, ਉਹ ਵੀ ਪੜ੍ਹਨੀਆਂ ਜ਼ਰੂਰੀ ਨੇ। ਮੈਂ ਕਹਾਂ ਜਿਹੜੀ ਮੇਰਾ ਸਵਾਲ ਸੀ ਕਿ ਜਿਹੜੀ ਬੀੜ ਸਾਹਿਬ ਹੈ ਇਹਨਾਂ ਦੇ ਇਸ ਪਰਿਵਾਰ ਦੇ ਕੋਲ ਨੇ ਗੀਆਂ, ਅਤੇ ਇੱਥੋਂ ਤੱਕ ਵੀ ਜਾਣਕਾਰੀ ਹੈ ਕਿ 13 ਸਾਲ ਲੱਗੇ ਇੱਕ ਮੁਸਲਿਮ ਲੇਖ ਲਿਖਾਰੀ ਨੇ ਜਦੋਂ ਲਿਖਿਆ, ਸੇਵਾ ਕੀਤੀ ਹੈ, ਤਾਂ ਉਸ ਜਿਹੜੀ ਉਹ ਪਵਿੱਤਰ ਬੀੜਾਂ ਨੇਗੀਆਂ, ਉਹਨਾਂ ਨੂੰ SGPC ਨੇ ਕਦੀ ਵੇਖਿਆ ਜਾਂ ਸਾਡੇ ਪ੍ਰਚਾਰਕਾਂ ਨੇ ਵੇਖਿਆ ਕਦੀ ਉੱਥੋਂ ਉਤਾਰਾ ਕਰਨ ਦੀ ਮਦਦ ਕਦੀ ਇਸ ਤਰ੍ਹਾਂ ਦੀ ਲਈ ਹੈ? ਕਿਉਂਕਿ ਠੀਕ ਹੈ ਤੁਸੀਂ ਤਾਂ ਗਿਲਾ ਕਰ ਰਹੇ ਹੋ ਨਾ ਵੀ ਸਾਡੇ ਕੋਲ ਇਹੋ ਜਿਹੀ ਟੀਮ ਹੀ ਨਹੀਂ ਹੈਗੀ ਜਿਹੜੀ ਪਰਪੱਕ ਹੋਵੇ, ਜਿਹੜੀ ਪੂਰੀ ਤਰ੍ਹਾਂ ਜਿਹੜੀ ਇਸ ਪਾਸੇ ਜਿਹੜੀ ਇਸ ਦਾ ਧਿਆਨ ਰੱਖਦੀ ਹੋਵੇ, ਕੋਈ ਕਿਸੇ ਤਰ੍ਹਾਂ ਦਾ ਉਹਨਾਂ ਤੋਂ ਅਵੱਗਿਆ ਵੀ ਨਾ ਹੋਵੇ, ਅਤੇ ਸਹੀ ਢੰਗ ਨਾਲ ਉਹ ਅੱਗੇ ਵੀ ਇਸ ਕਾਰਜ ਨੂੰ ਲੈ ਕੇ ਜਾ ਸਕਣ। ਪਰ ਮੇਰਾ ਸਵਾਲ ਇਹ ਕਿ ਜਿਹੜੀ ਇੱਥੇ ਬੀੜ ਪਈ ਹੈ ਅਤੇ ਭਾਈ ਰੂਪ ਚੰਦ ਦੇ ਵੇਲੇ ਤੋਂ ਪੁਰਾਤਨ ਬੀੜਾਂ ਨੇਗੀਆਂ। ਪਹਿਲੀ ਗੱਲ, ਬਾਗੜੀਆਂ ਪਰਿਵਾਰ ਨੇ ਆਪਣੀ ਵਿਰਾਸਤ ਬਹੁਤ ਵਧੀਆ ਤਰੀਕੇ ਨਾਲ ਸੰਭਾਲੀ ਹੋਈ ਹੈ। ਮੈਨੂੰ ਨਹੀਂ ਲੱਗਦਾ ਕੋਈ ਕਮੇਟੀ ਜਾਂ ਫਿਰ ਕੋਈ ਵੀ ਇਸ ਨੂੰ ਸੰਭਾਲ ਸਕਦਾ। ਠੀਕ ਹੈ ਨਾ, ਉਹਨਾਂ ਦੀ ਸ਼ਰਧਾ ਹੈ, ਉਹਨਾਂ ਦੇ ਪੁਰਖਿਆਂ ਨੇ ਕਿਹਾ ਸੀ ਮਰ ਜਾਇਓ। ਮੇਰਾ ਸਵਾਲ ਉਸ ਦੇ ਨਾਲ ਨਹੀਂ ਹੈਗਾ ਵੀ ਇਸ ਦੇ ਨਾਲ ਲਿੰਕ ਕਰਦਾ। ਭਾਈ ਰੂਪਾ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਣ ਦਾ ਜਿਹੜਾ ਉਹ ਕੇਂਦਰ ਸੀ ਉਸ ਵੇਲੇ, ਉੱਥੇ ਕਈ ਸਾਰੀਆਂ ਬੀੜਾਂ ਪਈਆਂ ਨੇ। ਉਹਨਾਂ ਬੀੜਾਂ ਦਾ, ਉਹ ਬੀੜਾਂ ਜਿਹੜੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ 'ਤੇ ਜਾਂ ਫਿਰ ਉਸ ਤੋਂ ਬਾਅਦ ਵੀ ਜ਼ਿਆਦਾ ਲਿਖੀਆਂ ਗਈਆਂ। ਪਹਿਲਾਂ ਆਦਿ ਗ੍ਰੰਥ ਸਾਹਿਬ ਦੇ ਉਤਾਰੇ ਹੁੰਦੇ ਸੀ, ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਉਤਾਰੇ ਹੋਣੇ ਸ਼ੁਰੂ ਹੋਏ ਉੱਥੇ, ਅਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਉਤਾਰੇ ਉੱਥੋਂ ਹੁੰਦੇ ਸੀ ਅਤੇ ਵੱਖ-ਵੱਖ ਥਾਵਾਂ 'ਤੇ ਭੇਜੇ ਜਾਂਦੇ ਸੀ। ਹੁਣ ਗੱਲ ਇਹ ਹੈ, ਤੁਸੀਂ ਕੀਤੀ ਕਿ ਇਸ ਪਰਿਵਾਰ ਕੋਲ ਜਿਹੜੀ ਬੀੜ ਪਈ ਹੈ, ਜਿਹੜੀ ਤੁਸੀਂ ਮੁਸਲਮਾਨ ਵਾਲੀ ਬੀੜ ਦੀ ਗੱਲ ਕਰਦੇ ਹੋ, ਉਹ ਤਾਂ ਹਾਲ ਫਿਲਹਾਲ ਮੈਨੂੰ ਲੱਗਦਾ 50 ਸਾਲ ਪੁਰਾਣੀ ਹੋਣੀ ਹੈ ਬੀੜ। 50 ਸਾਲ ਦੀ ਜਾਂ ਫਿਰ 100 ਨਹੀਂ, ਜਿਹੜੀ ਮੁਸਲਮਾਨ ਲਿਖਾਰੀ ਵਾਲੀ ਬੀੜ ਹੈ ਦਿਲਾਵਰ ਜੀ ਦੇ ਜਿਹੜੇ ਉਸ 'ਚ ਆਈ ਸੀ, ਹਾਂ ਨਹੀਂ ਉਹ ਪੁਰਾਣੀ ਤੇ ਪੁਰਾਣੀ ਹੈ ਜੀ। ਉਹ ਕਸ਼ਮੀਰੀ ਪੰਡਤ ਵਾਲੀ, ਜਿਹੜੀ ਤੁਸੀਂ ਮੁਸਲਮਾਨ ਵਾਲੀ ਗੱਲ ਕਰਦੇ ਹੋ, ਤੇ ਮੈਨੂੰ ਲੱਗਦਾ 50 ਸਾਲ ਪੁਰਾਣੀ ਹੈ। ਲੇਕਿਨ ਸਾਡੇ ਕੋਲ ਹੁਣ ਮੈਂ ਇੱਕ ਗੱਲ ਕਰਾਂ, ਤੁਸੀਂ ਕਿਹਾ ਇਹਨਾਂ ਬੀੜਾਂ ਤੋਂ ਹੈਲਪ ਲਿੱਤੀ ਜਾ ਸਕਦੀ ਹੈ, SGPC ਲੈ ਸਕਦੀ ਹੈ। ਮੈਂ SGPC ਨੂੰ ਕਹਾਂਗਾ ਇਹਨਾਂ ਬੀੜਾਂ ਦੀ ਤੁਹਾਨੂੰ ਕੀ ਜ਼ਰੂਰਤ ਹੈ? ਤੁਹਾਡੇ ਕੋਲ ਤਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਤੋਸ਼ੇਖਾਨੇ ਦੇ ਵਿੱਚ ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ ਦੀ ਬੀੜਾਂ ਪਈਆਂ, ਤੁਸੀਂ ਕਿਉਂ ਨਹੀਂ ਉਸਨੂੰ ਕਿਉਂ ਨਹੀਂ ਪੜਚੋਲਦੇ ਤੁਸੀਂ? ਨਹੀਂ, ਨਾਲੇ ਕਹਿੰਦੇ ਨੇ ਵੀ ਉਹ ਜਦੋਂ 84 ਹੋਇਆ ਉਹ ਜਿਹੜਾ ਕਤਲੇਆਮ ਕੀਤਾ ਗਿਆ ਉਸ ਵੇ ਦੌਰਾਨ ਫੌਜ ਲੈ ਗਈ ਸੀ, ਫਿਰ ਉਹ ਕਿਵੇਂ? ਫੌਜ ਲੈ ਗਈ ਸੀ ਅਤੇ ਫੌਜ ਵਾਪਸ ਨਹੀਂ ਕਰਕੇ ਗਈ, ਪਹਿਲਾਂ ਇਹ ਪੁੱਛੋ ਨਾ।
ਗੱਲ ਮੈਂ ਇਸ ਵਿਸ਼ੇ ਤੇ ਫਿਲਹਾਲ ਦੇ ਵਿੱਚ ਨਹੀਂ ਕਰਾਂਗਾ, ਕਿਉਂਕਿ ਇਹ ਫਿਲਹਾਲ ਦਾ ਮੁੱਦਾ ਨਹੀਂ ਹੈ। ਤੁਸੀਂ ਆਪਣੇ ਸਤਿਕਾਰਯੋਗ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ, ਪ੍ਰਧਾਨ ਸਾਹਿਬ ਨੇ, ਤੁਹਾਡੀ ਵੀ ਕਦੀ ਕੋਈ ਚਰਚਾ ਹੋਈ ਹੈ ਇਸ ਤਰ੍ਹਾਂ? ਜੀ ਵੇਖੋ, ਚਰਚਾਵਾਂ ਹੁੰਦੀਆਂ ਨੇ, ਇਹ ਵਿਸ਼ੇ ਬੜੇ ਗੰਭੀਰ ਨੇ, ਅਸੀਂ ਇੱਕ ਪਬਲਿਕਲੀ ਇਹਨਾਂ ਵਿਸ਼ਿਆਂ ਦੇ ਉੱਪਰ ਨਹੀਂ ਵਿਚਾਰ ਕਰ ਪਾਵਾਂਗੇ ਫਿਲਹਾਲ ਦੇ ਵਿੱਚ। ਆਉਣ ਵਾਲੇ ਸਮੇਂ ਤੇ ਜ਼ਰੂਰ ਆਪਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਬੋਲਾਂਗੇ। ਸਰਦਾਰ ਅਨੁਰਾਗ ਸਿੰਘ ਜੀ, ਸਤਿੰਦਰ ਸਿੰਘ ਵਰਗੇ ਵਿਦਵਾਨ ਜਿਹੜੇ ਇਸ ਗੱਲ ਤੇ ਕੰਮ ਕਰ ਰਹੇ ਨੇ। ਤੇ ਗੱਲ ਤੇ ਇਹ ਬੀੜਾਂ ਤੇ ਬੜੀਆਂ ਪਈਆਂ ਨੇ, ਲੇਕਿਨ ਕੋਈ ਸੰਭਾਲਣ ਵਾਲਾ ਆਵੇ ਤੇ ਜ਼ਰੂਰ ਕੌਮ ਉਹਨਾਂ ਦੀ ਦੇਣਦਾਰ ਹੋਏਗੀ, ਕਿਉਂਕਿ ਬੀੜਾਂ ਦੇ ਜਿਹੜੇ ਇਤਿਹਾਸਕ ਪੜਚੋਲ ਹੈ ਉਹ ਨਹੀਂ ਹੋਈ। ਇਤਿਹਾਸਕ ਪੜਚੋਲ ਤੁਸੀਂ ਬੀੜਾਂ ਦੀ ਬੀੜਾਂ ਤੁਸੀਂ ਕਹਿ ਰਹੇ ਹੋ ਆਪਣੇ ਕੋਲ 150 ਤੋਂ ਲੈ ਕੇ 300 ਸਾਲ ਪੁਰਾਣੀਆਂ ਜੇ ਬੀੜਾਂ ਲਗਾ ਲਈਏ ਆਪਾਂ, ਹੈ ਨਾ, ਇਹ ਖੇਤਰ ਆ ਗਿਆ। ਸਾਡੇ ਕੋਲ ਤੇ ਜਿਹੜੀਆਂ 50 ਜਾਂ 100 ਸਾਲ ਪਹਿਲਾਂ ਕਿਤਾਬਾਂ ਲਿਖੀਆਂ ਗਈਆਂ ਸੀ ਉਹ ਨਹੀਂ ਸੰਭਾਲੀ ਗਈਆਂ, ਤੇ 300 ਸਾਲ ਪੁਰਾਣੀਆਂ ਬੀੜਾਂ ਕਿੱਥੋਂ ਸੰਭਾਲ ਰਹੇ ਹਾਂ ਅਸੀਂ? ਸਾਡੇ ਕੋਲੋਂ ਇਤਿਹਾਸ ਦਾ ਸੋਮਾ ਨਹੀਂ ਸੰਭਾਲਿਆ ਗਿਆ। ਉਹਦਾ ਦੁਖਾਂਤ ਸਾਡੀ ਕਮੇਟੀਆਂ ਲਗਾ ਲਓ, ਭਾਵੇਂ ਸਾਡੇ ਜਿਹੜੇ ਕੌਮ ਦੇ ਆਗੂ ਨੇ ਉਹ ਲਗਾ ਲਓ, ਉਹਨਾਂ ਨੇ ਧਿਆਨ ਨਹੀਂ ਦਿੱਤਾ ਇਹਦੇ ਉੱਪਰ ਬਿਲਕੁਲ ਵੀ। ਹੁਣ ਗਿਆਨੀ ਗਿਆਨ ਸਿੰਘ ਜੀ ਦੇ ਕਈ ਗ੍ਰੰਥ ਨੇ ਅਨਪਬਲਿਸ਼ਡ ਪਏ ਨੇ। ਦੂਜੀ ਗੱਲ, ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰਨ ਬੀੜ ਜਿਹੜੀਆਂ ਪੁਰਾਤਨ ਸੀਗੀਆਂ ਉਹਨਾਂ ਦੀ ਨਾਨਕਵਾੜੀ ਦੇ ਵਿੱਚ ਬੀੜ ਪਈ ਹੈ। ਮੈਂ ਦੱਸਾਂ ਤੁਹਾਨੂੰ, ਨਾਨਕਵਾੜੀ 'ਚ ਪਈ ਹੈ, ਰਾਜਪੁਰੇ ਦੇ ਲਾਗੇ ਬੀੜ ਪਈ ਹੈ। ਸਿਉਂਕ ਲੱਗ ਰਹੀ ਹੈ, ਲੋਕ ਕਹਿੰਦੇ ਰਹੇ ਨੇ ਕਿ ਵੀ ਆਓ ਆ ਕੇ ਕੋਈ ਪ੍ਰੀਜ਼ਰਵ ਕਰ ਦਿਓ। ਇੱਕ ਆਗੂ ਆ ਗਿਆ, ਵਾਹ ਵਾਹ ਜੀ, ਵੀਡੀਓ ਪਾਤੀ, ਵੀਡੀਓ ਪਾ ਕੇ ਬਸ ਜੀ ਅਸੀਂ ਪ੍ਰੀਜ਼ਰਵ ਕਰਾ ਦਾਂਗੇ। ਅੱਜ 13 ਸਾਲ ਹੋ ਗਏ ਪ੍ਰੀਜ਼ਰਵ ਹੋਈ ਨੂੰ ਬੀੜ। ਤੁਸੀਂ ਦੇਖੋ, ਮਤਲਬ ਅਸੀਂ ਗੱਲਾਂ ਬਹੁਤ ਕਰਦੇ ਹਾਂ, ਲੇਕਿਨ ਜਦੋਂ ਪ੍ਰੈਕਟੀਕਲ ਕੰਮ ਆਉਂਦਾ ਉੱਥੋਂ ਮੈਨੂੰ ਪਤਾ ਨਹੀਂ ਕਿੱਥੇ ਸਾਰੇ ਚਲੇ ਜਾਂਦੇ ਨੇ। ਮੈਂ ਤੇ ਦਿੱਲੀ ਕਮੇਟੀ ਨੂੰ ਤੇ SGPC ਨੂੰ ਵੀ ਬੇਨਤੀ ਕਰਾਂਗਾ, ਆਪਣੇ ਜਿਹੜੇ ਫੰਡਸ ਨੇ ਕਿਰਪਾ ਕਰਕੇ ਗੁਰੂ ਗ੍ਰੰਥ, ਜੇਕਰ ਤੁਸੀਂ ਹਜ਼ਾਰਾਂ ਕਰੋੜ ਕਿਸੇ ਹੋਰ ਖੇਤਰ 'ਚ ਖਰਚ ਰਹੇ ਹੋ, 1-2 ਕਰੋੜ ਰੁਪਏ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਦੇ ਲਈ ਵੀ ਖਰਚ ਦਿਓ। ਸਾਡੇ ਗੁਰੂ ਨੇ, ਜਿਨ੍ਹਾਂ ਕਰਕੇ ਅੱਜ ਸਾਰੀ ਕੌਮ ਜਿਉਂਦੀ ਹੈ। ਜੀ, ਸੋ ਇੱਕ ਬਹੁਤ ਵੱਡਾ ਇੱਕ ਗਿਲਾ ਵੀ ਹੈ ਤੇ ਇੱਕ ਬੇਨਤੀ ਵੀ ਹੈ ਭਾਈ ਸਿਮਰ ਸਿੰਘ ਖਾਲਸਾ ਹੋਣਾ ਵੱਲੋਂ ਕਿ ਜਿਹੜੀ SGPC ਹੈ, ਬਹੁਤ ਨੇਕ ਕਾਰਜ ਹੋ ਰਹੇ ਨੇ, ਕਿਸੇ ਸਕੂਲ ਚੱਲ ਰਹੇ ਨੇ, ਸੰਗਤਾਂ ਦੇ ਆਉਣ ਦੇ ਪ੍ਰਬੰਧ ਹੋ ਰਹੇ ਨੇ, ਗੁਰੂ ਘਰਾਂ ਦੀ ਸੇਵਾ ਸੰਭਾਲ ਕੀਤੀ ਜਾਂਦੀ ਹੈ, ਪਰ ਉੱਥੇ ਜਿਨ੍ਹਾਂ ਦੇ ਕਾਰਨ ਅੱਜ ਅਸੀਂ ਦੁਨੀਆ ਦੇ ਵਿੱਚ ਨਾਮ ਹੈ ਸਿੱਖੀ ਦਾ, ਸਾਡੇ ਗੁਰੂ ਸਾਹਿਬਾਨਾਂ ਦੀ, ਉਹਨਾਂ ਦੀ ਸੇਵਾ ਸੰਭਾਲ ਦੀ ਸਾਡੀ ਸਭ ਤੋਂ ਪਹਿਲਾਂ ਫਰਜ਼ ਬਣਦਾ ਹੈ। ਜੇਕਰ ਅਜਿਹਾ ਅਸੀਂ ਨਹੀਂ ਕਰਾਂਗੇ ਤਾਂ ਕਿਤੇ ਨਾ ਕਿਤੇ ਨਿੰਦਿਆ ਤਾਂ ਹੋਵੇਗੀ, ਗੱਲਾਂ ਤਾਂ ਹੋਣਗੀਆਂ, ਫਿਰ ਰਾਜਨੀਤੀ ਵੀ ਉੱਥੇ ਹੋਵੇਗੀ, ਤੇ ਜਿਹੜੇ ਲੋਕ ਨੇ ਜਾਂ ਕਹਿ ਲਈਏ ਗੁਰੂ ਦੇ ਸਿੱਖ ਜਿਹੜੇ ਨੇ ਉਹ ਸੰਗਤਾਂ ਨਿਰਾਸ਼ ਵੀ ਹੋਣਗੀਆਂ ਤੇ ਨਾਰਾਜ਼ ਵੀ ਹੋਣਗੀਆਂ। ਇਸ ਦੇ ਵੱਲ SGPC ਦੇ ਪ੍ਰਧਾਨ ਸਾਹਿਬ ਤੇ ਇਸ ਤੋਂ ਇਲਾਵਾ ਸਿੰਘ ਸਾਹਿਬ, ਜਥੇਦਾਰ ਸਾਹਿਬ ਜਿਹੜੇ ਨੇ ਅਕਾਲ ਤਖਤ ਸਾਹਿਬ, ਉਹਨਾਂ ਨੂੰ ਜ਼ਰੂਰ ਇਸ ਪਾਸੇ ਵੀ ਵੇਖਣਾ ਪਵੇਗਾ। ਤੇ ਜਿਸ ਤਰ੍ਹਾਂ ਸਿੰਧੀ ਸਿੱਖਾਂ ਦੀ ਸਿੱਖੀ ਪਰਪੱਕਤਾ ਦੀ ਗੱਲ ਕੀਤੀ ਹੈ ਭਾਈ ਸਿਮਰ ਸਿੰਘ ਹੋਰਾਂ ਨੇ, ਬਜਾਏ ਇਸ ਦੇ ਕਿ ਅਸੀਂ ਉਹਨਾਂ ਤੋਂ ਬੀੜਾਂ ਵਾਪਸ ਲਈਏ, ਉਹਨਾਂ ਨੂੰ ਸੰਭਾਲਣ ਦਾ, ਉਹਨਾਂ ਦੇ ਨਾਲ ਉਹਨਾਂ ਦੀ ਮਦਦ ਕਰਨ ਦਾ, ਜਿਸ ਵੀ ਉਹ ਕਬੀਲੇ ਜਿਸ ਏਰੀਏ 'ਚ ਰਹਿੰਦੇ ਨੇ ਉੱਥੇ ਜਾ ਕੇ ਉਹਨਾਂ ਦੇ ਨਾਲ ਮਦਦ ਕਰਨੀ। ਉਹਨਾਂ ਨੂੰ ਕੁਛ ਵੀ ਲੋੜ ਹੈ, ਕਿਸੇ ਤਰ੍ਹਾਂ ਦੀ ਸਮੱਸਿਆ, ਹੱਥ ਵਟਾਉਣਾ ਉਹਨਾਂ ਦੇ ਨਾਲ ਮਿਲ ਕੇ ਤੇ ਅੱਗੇ ਇਸ ਸਿੱਖੀ ਨੂੰ ਹੋਰ ਫੈਲਾਉਣਾ, ਇਹੀ ਸਾਡਾ ਮੁੱਖ ਫਰਜ਼ ਹੈ, ਇਹੀ ਇੱਕ ਨੇਕ ਕਾਰਜ ਹੋਵੇਗਾ। ਕੈਮਰਾਮੈਨ ਸੋਨੂ ਵਿਰਕ ਦੇ ਨਾਲ ਮੈਂ ਸਾਹਿਬ ਸਿੰਘ ਵਿਰਕ, ਨਾਭਾ। ਧੰਨਵਾਦ।